ਪੰਜਾਬ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲਹਿਰ ਉੱਠਦੀ ਰਹੀ ਆ ਜਿਸ ਨੇ ਪੰਜਾਬ ਨੂੰ ਸੇਧ ਦਿੱਤੀ ਆ। ਤੇ ਪੰਜਾਬ ਦੇ ਪਿਛਲੇ ਕਈ ਸਾਲਾਂ ਤੋਂ ਇੱਕ ਲਹਿਰ ਜਿਸ ਦਾ ਨਾਮ ਹੈ ਲੋਕ ਅਧਿਕਾਰ ਲਹਿਰ, ਉਹ ਵੀ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ। ਤੇ ਇਸ ਵਾਰ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਗਾਇਆ ਜਾ ਰਿਹਾ। ਕਿਹਾ ਜਾ ਸਕਦਾ ਕਿ ਲੋਕ ਅਧਿਕਾਰ ਜਿਹੜੇ ਉਸ ਮੋਰਚੇ ਦਾ ਹਿੱਸਾ ਹੋਵੇਗੀ। ਤਾਂ ਸਾਡੇ ਨਾਲ ਜੋ ਉਸ ਲਹਿਰ ਦੇ ਆਗੂ ਨੇ ਬਲਵਿੰਦਰ ਸਿੰਘ, ਉਹ ਮੌਜੂਦ ਨੇ। ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਆਖਿਰਕਾਰ ਉਹ ਮੋਰਚਾ ਹੈ ਕਿ ਕਿਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਮੋਰਚਾ ਲਗਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਗਬਾਣੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਮੋਰਚਾ ਜਗਵੰਤ ਜੀ ਜਿਹੜਾ ਹੈਗਾ ਭਾਈ ਜਗਤਾਰ ਸਿੰਘ ਹਵਾਰਾ, ਜਿਹੜੇ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ, ਉਹਨਾਂ ਨੇ ਇੱਕ ਚਿੱਠੀ ਅਕਤੂਬਰ ਮਹੀਨੇ ਦੇ ਵਿੱਚ ਲਿਖੀ ਸੀ ਕਿ ਸਿੱਖ ਕੌਮ ਦੇ ਆਗੂ ਇਕੱਠੇ ਹੋ ਕੇ ਸਿੱਖ ਮੁੱਦਿਆਂ ਉੱਤੇ ਸੰਘਰਸ਼ ਕਰਨ। ਤਾਂ ਆਪਾਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਰਕਾਰਾਂ ਨੇ ਲਮਕਾਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਤੇ ਬਰਗਾੜੀ ਦੇ ਵਿੱਚ ਜਿਹੜਾ ਕਤਲਕਾਂਡ ਹੋਇਆ, ਜਿਹਦੇ ਵਿੱਚ ਮਤਲਬ 2 ਸਿੱਖ ਜਿਹੜੇ ਹੈਗੇ ਸੀਗੇ ਸੰਘਰਸ਼ ਕਰ ਰਹੇ ਲੋਕ, ਉਹਨਾਂ ਦੀ ਜਾਨ ਗਈ। ਤਾਂ ਉਹ ਮੁੱਦੇ ਪਿਛਲੇ 7 ਸਾਲਾਂ ਤੋਂ ਲਮਕਾਏ ਜਾ ਰਹੇ ਆ। ਬੇਅਦਬੀਆਂ ਦੇ ਮੁੱਦੇ ਦੇ ਵਿੱਚ ਹੁਣ ਤੱਕ ਬੇਅਦਬੀਆਂ ਦੇ ਦੋਸ਼ੀਆਂ ਵਿੱਚੋਂ 7 ਲੋਕਾਂ ਨੂੰ ਕਤਲ ਕੀਤਾ ਜਾ ਚੁੱਕਿਆ। ਸੋ ਸਰਕਾਰ ਕਿਉਂ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰਦੀ? ਸੋ ਇਹਨੂੰ ਲੈ ਕੇ 3 ਅਲੱਗ-ਅਲੱਗ ਤਰ੍ਹਾਂ ਦੇ ਮੋਰਚੇ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ, ਜਿਹਦੇ ਵਿੱਚ ਸਰਾਭੇ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ। ਤੇ ਇਸੇ ਤਰ੍ਹਾਂ ਸੁਖਰਾਜ ਜਿਹੜੇ ਕਿ ਉਸ ਸ਼ਹੀਦ ਦੇ ਸਪੁੱਤਰ ਨੇ, ਉਹਨਾਂ ਵੱਲੋਂ ਬਰਗਾੜੀ ਦੇ ਵਿੱਚ ਮੋਰਚਾ ਲਾਇਆ ਗਿਆ। ਇਸੇ ਤਰ੍ਹਾਂ 328 ਲਾਪਤਾ ਸਰੂਪਾਂ ਦਾ ਜਿਹੜਾ ਮਾਮਲਾ ਹੈਗਾ, ਉਹ ਭਾਈ ਬਲਦੇਵ ਸਿੰਘ ਜੀ ਵਡਾਲਾ ਪਿਛਲੇ 2 ਸਾਲਾਂ ਤੋਂ ਕਰ ਰਹੇ ਹੈ। ਇਹਨਾਂ ਤਿੰਨਾਂ ਮੁੱਦਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਤਿੰਨੇ ਮੁੱਦੇ ਸਿੱਖੀ ਨਾਲ ਜੁੜੇ ਹੋਏ ਆ, ਸਿੱਖ ਸੰਕਲਪ ਨਾਲ, ਸਿੱਖ ਸੋਚ ਨਾਲ ਜੁੜੇ ਹੋਏ ਆ। ਪਰ ਜਦੋਂ ਇਹ ਅਲੱਗ-ਅਲੱਗ ਲੱਗੇ ਆ ਤਾਂ ਇੱਕ ਪ੍ਰਭਾਵ ਜਾਂਦਾ ਹੈ ਕਿ ਸਿੱਖ ਕੌਮ ਜਿਹੜੀ ਆ ਉਹ ਕਈ ਹਿੱਸਿਆਂ 'ਚ ਵੰਡੀ ਹੋਈ ਹੈ। ਤਾਂ ਸਾਡੇ ਉਹ ਕੌਮੀ ਯੋਧੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਲਈ ਨਹੀਂ ਬਲਕਿ ਇੱਕ ਕੌਮ ਦੀ ਲੜਾਈ ਲੜਦਿਆਂ ਹੋਇਆਂ ਜੇਲ੍ਹਾਂ ਦੇ ਵਿੱਚ ਗਏ ਹੈ, ਤਾਂ ਉਹ ਇਹ ਗੱਲਾਂ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ। ਸੋ ਭਾਈ ਜਗਤਾਰ ਸਿੰਘ ਹਵਾਰਾ ਇੱਕ ਉਹ ਸੋਚ ਹੈ, ਇੱਕ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਚੱਬੇ ਦੀ ਧਰਤੀ 'ਤੇ ਲੱਖਾਂ ਲੋਕਾਂ ਨੇ ਅਕਾਲ ਤਖਤ ਦੇ ਜਥੇਦਾਰ ਵਜੋਂ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਦਿੱਤੀ। ਹਾਲਾਂਕਿ ਉਹ ਆਪਣੇ ਕਿਸੇ ਵੀ ਪੱਤਰ ਵਿੱਚ ਆਪਣੇ ਆਪ ਨੂੰ ਜਥੇਦਾਰ ਨਹੀਂ ਲਿਖਦੇ, ਕਿਉਂਕਿ ਉਹ ਅਧਿਕਾਰਤ ਤੌਰ 'ਤੇ ਜਥੇਦਾਰ ਨਹੀਂ, ਪਰ ਕੌਮ ਦੇ ਸਤਿਕਾਰ ਵਜੋਂ, ਕੌਮ ਵੱਲੋਂ ਦਿੱਤੇ ਪਿਆਰ ਵਜੋਂ ਉਹਨਾਂ ਨੂੰ ਸਾਰੇ ਜਥੇਦਾਰ ਵਜੋਂ ਨਵਾਜਦੇ ਹੈ। ਸੋ ਉਹਨਾਂ ਨੇ ਉਸ ਚਿੱਠੀ 'ਚ ਸਪਸ਼ਟ ਲਿਖਿਆ ਹੈ ਕਿ ਅਸੀਂ ਵੱਖ-ਵੱਖ ਸੰਘਰਸ਼ ਕਰਕੇ ਉਹਨਾਂ ਦੋਖੀ ਤਾਕਤਾਂ ਦੀ ਮਦਦ ਕਰ ਰਹੇ ਹਾਂ ਜਿਹੜੀਆਂ ਸਿੱਖੀ ਨੂੰ ਕਮਜ਼ੋਰ ਜਾਂ ਸਿੱਖੀ ਸੋਚ ਨੂੰ ਕਮਜ਼ੋਰ ਕਰਨੀਆਂ। ਤਾਂ ਜਿਹੜਾ ਫਿਰ ਮੋਰਚਾ ਲੱਗਣ ਜਾ ਰਿਹਾ, ਕਦੋਂ ਲੱਗਣ ਜਾ ਰਿਹਾ, ਇਸ ਦੀ ਅਗਵਾਈ ਕੌਣ ਕਰੂਗਾ? ਲੋਕ ਅਧਿਕਾਰ ਉਸ ਦੇ ਵਿੱਚ ਲਹਿਰ ਜਿਹੜੀ ਸ਼ਾਮਲ ਹੈ, ਇਸ ਤੋਂ ਇਲਾਵਾ ਹੋਰ ਕਿਹੜੇ ਆ ਜਥੇਬੰਦੀਆਂ ਉਸ ਦੇ ਵਿੱਚ ਸ਼ਾਮਲ ਹੋਣਗੀਆਂ? ਦੇਖੋ, ਇਸ ਸੰਬੰਧੀ 7 ਨਵੰਬਰ ਨੂੰ ਪਹਿਲਾਂ ਜਿਹੜਾ ਸੀਗਾ ਇੱਕ 7 ਅਕਤੂਬਰ ਨੂੰ ਇੱਕ ਮੀਟਿੰਗ ਹੋਈ ਸੀ ਚੰਡੀਗੜ੍ਹ। ਉਹਦੇ ਵਿੱਚ 32 ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਭਾਗ ਲਿਆ ਸੀ। ਇਸੇ ਤਰ੍ਹਾਂ 29 ਅਤੇ 30 ਨਵੰਬਰ ਨੂੰ ਰਾਮਪੁਰ ਖੇੜੇ ਦੀ ਧਰਤੀ 'ਤੇ, ਜਿੱਥੇ ਬਾਬਾ ਸੇਵਾ ਸਿੰਘ ਜੀ ਅੱਜ ਕੱਲ੍ਹ ਸੇਵਾ ਕਰਦੇ ਆ, ਕਿਸੇ ਵੇਲੇ ਉੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਹੋਇਆ ਕਰਦੇ ਸੀ। ਤਾਂ ਉਸ ਜਗ੍ਹਾ ਦੇ ਉੱਤੇ 2 ਦਿਨਾਂ ਦੀ ਮੰਥਨ ਮੀਟਿੰਗ ਹੋਈ। ਉਹਦੇ ਵਿੱਚ 15 ਤੋਂ ਵੱਧ ਸੰਤਾਂ ਮਹਾਂਪੁਰਸ਼ਾਂ ਨੇ ਭਾਗ ਲਿਆ, ਜਿਹਦੇ ਵਿੱਚ ਸੇਵਾ ਪੰਥੀ ਬਾਬਾ ਕਾਹਨ ਸਿੰਘ ਜੀ, ਇਸੇ ਤਰ੍ਹਾਂ ਨਿਹੰਗ ਸਿੰਘ ਬਾਬਾ ਗੁਰਦੇਵ ਸਿੰਘ ਜੀ, ਇਸੇ ਤਰ੍ਹਾਂ ਹਜੂਰ ਸਾਹਿਬ ਵਾਲੇ ਬਾਬਾ ਜੀ ਜਿਨ੍ਹਾਂ ਨੇ ਮਤਲਬ ਲੰਬਾ ਸਮੇਂ ਤੋਂ ਲੰਗਰ ਦੀ ਸੇਵਾ ਕਰਦੇ ਆ ਰਹੇ ਆ, ਉਹਨਾਂ ਨੇ ਆਪਣੇ ਨੁਮਾਇੰਦੇ ਬਾਬਾ ਗੁਰਮੀਤ ਸਿੰਘ ਜੀ ਡਾਚਰ ਹਰਿਆਣੇ ਤੋਂ ਉਹਨਾਂ ਨੂੰ ਭੇਜਿਆ। ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਉਹਨਾਂ ਦੇ ਸੈਕਟਰੀ ਜਿਹੜੇ ਜਸਬੀਰ ਸਿੰਘ ਆਏ। ਸੋ ਤਕਰੀਬਨ 300 ਬੰਦਿਆਂ ਨੇ 2 ਦਿਨ ਮੰਥਨ ਉੱਥੇ ਮਿਲ ਬੈਠ ਕੇ ਕੀਤਾ। ਅੱਜ ਵੀ ਮੈਂ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੂੰ ਮਿਲ ਕੇ ਆ ਰਿਹਾ ਉਨੇ ਤੋਂ, ਤਾਂ ਸੋਚਿਆ ਜਲੰਧਰ 'ਚੋਂ ਜਾ ਰਿਹਾ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਸੋ ਇਹਦੇ ਵਿੱਚ ਜਿਹੜੀਆਂ ਯੂਨਾਈਟਿਡ ਅਕਾਲੀ ਦਲ ਜਿਹੜਾ ਹੈ ਉਹ ਸਰਗਰਮੀ ਨਾਲ ਭਾਗ ਲੈ ਰਿਹਾ। ਸੋ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਮੰਥਨ ਕੀਤਾ, ਔਰ ਇਸ ਮੋਰਚੇ ਦੀ ਵਿਸ਼ੇਸ਼ਤਾ ਵੀ ਇਹ ਹੋਏਗੀ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਲੱਗੇਗਾ। ਜਿਸ ਤਰ੍ਹਾਂ ਬਾਕੀ ਦੇ ਮੋਰਚੇ ਜਿਹੜੇ ਹੈਗੇ ਆ ਉੱਥੇ ਇੱਕ ਸ਼ਖਸੀਅਤ ਵੱਲੋਂ ਲਾਏ ਜਾਂਦੇ ਆ, ਤੇ ਉਸ ਤੋਂ ਬਾਅਦ ਉਹ ਸ਼ਖਸੀਅਤ 'ਤੇ ਕਈ ਤਰ੍ਹਾਂ ਦੇ ਸ਼ੰਕੇ ਸ਼ੁਬਾ, ਹਾਲਾਂਕਿ ਉਹਨਾਂ ਬਹੁਤ ਪ੍ਰਾਪਤੀਆਂ ਰਹੀਆਂ ਉਹਨਾਂ ਮੋਰਚਿਆਂ ਦੀਆਂ। ਆਪਾਂ ਬਰਗਾੜੀ ਮੋਰਚੇ ਦੀ ਵੀ ਗੱਲ ਕਰੀਏ ਤਾਂ ਦੇਖੋ ਕਿੰਨੇ ਵੱਡੇ ਪੁਲਿਸ ਅਫਸਰਾਂ 'ਤੇ ਮੁਕੱਦਮੇ ਦਰਜ ਹੋਏ, 1 ਕਰੋੜ ਰੁਪਏ ਦਾ ਮੁਆਵਜ਼ਾ ਮਿਲਿਆ, ਤੇ ਜਿਹੜੇ ਉਸ ਵੇਲੇ ਦੇ ਸਮੇਂ ਦੇ ਹਾਕਮ ਸੀ ਉਹਨਾਂ ਨੂੰ ਤਲਬ ਕੀਤਾ ਗਿਆ। ਸੋ ਉਸ ਤੋਂ ਬਾਅਦ ਸਿੱਟ ਬਣੀ 18 ਸਤੰਬਰ ਨੂੰ, ਜਿਹੜਾ ਸੀਗਾ ਮਤਲਬ ਕਹਿ ਲਓ ਵੀ SIT ਜਿਹੜੀ ਸੀ ਉਹ ਬਣੀ। ਤਾਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਉਹਦੀ ਪ੍ਰਾਪਤੀ ਨੂੰ ਘੱਟ ਨਹੀਂ ਗਿਣਿਆ ਜਾ ਸਕਦਾ। ਪਰ ਇਹ ਅਗਵਾਈ ਸਿੱਖ ਸਿਧਾਂਤਾਂ ਤੇ ਗੁਰਮਤਿ ਅਨੁਸਾਰ ਨਹੀਂ,
ਸਾਨੂੰ ਦਸਮ ਪਿਤਾ ਨੇ ਜਾਣੀ ਜੋ ਪੰਚ ਪ੍ਰਧਾਨੀ ਦਾ ਇੱਕ ਕਨਸੈਪਟ ਦਿੱਤਾ ਸੀਗਾ 1699 ਚ। ਸੋ ਇਹ ਵਾਲਾ ਮੋਰਚਾ ਜਿਹੜਾ ਇਹਦੀ ਇੱਕ ਵਿਸ਼ੇਸ਼ਤਾ ਹੋਏਗੀ ਔਰ ਜਥੇਦਾਰ ਭਾਈ ਹਵਾਰਾ ਜੀ ਵੱਲੋਂ ਇਹ ਬਿਲਕੁਲ ਸਖਤ ਸਲਾਹ ਆ, ਸੰਦੇਸ਼ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਅਗਵਾਈ ਵਿੱਚ ਨਹੀਂ ਲੱਗਣਾ ਚਾਹੀਦਾ। ਇਹਦੀ ਅਗਵਾਈ ਸਮੂਹਕ ਹੋਣੀ ਚਾਹੀਦੀ ਹੈ, ਉਹਦੇ 'ਚ ਸੰਤ ਮਹਾਂਪੁਰਸ਼ ਵੀ ਹੋਣੇ ਚਾਹੀਦੇ ਆ, ਉਹਦੇ 'ਚ ਇਨਸਾਫ ਪਸੰਦ ਜਥੇਬੰਦੀਆਂ ਵੀ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਹਿੰਦੂ ਜਥੇਬੰਦੀਆਂ ਵੀ ਹੋਣੀਆਂ ਚਾਹੀਦੀਆਂ। ਇਹ ਵੀ ਉਹਨਾਂ ਵੱਲੋਂ ਸਪੈਸ਼ਲ ਹਦਾਇਤ ਹੈ ਕਿਉਂਕਿ ਇਹਦੀ ਇੱਕ ਮੰਗ ਇਹੋ ਜਿਹੀ ਹੈ ਜਿਹੜੀ ਹਿੰਦੂ ਨੂੰ, ਮੁਸਲਮਾਨ ਨੂੰ, ਸਿੱਖ ਨੂੰ, ਈਸਾਈ ਨੂੰ ਜੋੜਦੀ ਹੈ। ਉਹ ਇਹ ਹੈ ਕਿ 2016 ਦੇ ਵਿੱਚ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਗਿਆ ਸੀ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੈ ਜਿਹੜੀ, ਉਹ ਬੇਅਦਬੀ ਕਰਨ 'ਤੇ ਉਮਰ ਕੈਦ ਦੀ ਸਜ਼ਾ ਹੋਏਗੀ। ਦੇਖੋ ਸਵਾਲ ਇਹ ਹੈ ਕਿ ਆਪਾਂ ਦੇਖਿਆ ਸੁਣਿਆ ਹੈਗਾ ਕਿ ਕੈਨੇਡਾ ਦੇ ਵਿੱਚ ਪੱਗ ਦੀ ਬੇਅਦਬੀ ਕਰਨ ਵਾਲੇ ਨੂੰ 10 ਸਾਲ ਦੀ ਸਜ਼ਾ ਦੀ ਗੱਲ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕੀਤੀ ਹੈ। ਸੋ ਇੱਥੇ 3 ਸਾਲ ਦੀ ਜਿਹੜੀ ਸਜ਼ਾ ਹੈ, ਮੱਲ ਕੇ ਜਿਹੜੀ ਜ਼ਿਲ੍ਹਾ ਮੋਗਾ ਦੇ ਵਿੱਚ ਬੇਅਦਬੀ ਹੁੰਦੀ ਹੈ, ਮੋਗੇ ਦੀ ਅਦਾਲਤ 'ਚ ਕੇਸ ਚੱਲਦਾ ਹੈ, ਇੱਕ ਬੰਦਾ ਲੰਬਾ ਸਮਾਂ ਕੇਸ ਲੜਦਾ ਹੈ ਅਤੇ ਪੌਣੇ 7 ਸਾਲਾਂ ਬਾਅਦ ਸਜ਼ਾ ਹੁੰਦੀ ਹੈ 3 ਸਾਲ ਦੀ। 3 ਸਾਲ ਦੀ ਸਜ਼ਾ ਜ਼ਮਾਨਤਯੋਗ ਹੈ। ਉਹ ਬੰਦੇ ਉਸ ਬੰਦੇ ਗੁਰਸੇਵਕ ਸਿੰਘ ਫੌਜੀ ਦੇ ਨਾਲੋਂ ਪਹਿਲਾਂ ਪਿੰਡ ਚਲੇ ਜਾਂਦੇ ਆ ਅਤੇ ਉਹਨੂੰ ਮਖੌਲ ਕਰਦੇ ਆ ਵੀ ਤੂੰ ਸਾਡਾ ਕੀ ਕਰਾ ਲਿਆ। ਸੋ ਚਾਹੇ ਬਾਈਬਲ ਹੈ, ਚਾਹੇ ਗੀਤਾ ਹੈ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਚਾਹੇ ਕੁਰਾਨ ਹੈ, ਇਹਦੀ ਬੇਅਦਬੀ ਉੱਤੇ ਕਿਉਂਕਿ ਇਹਦੇ ਤੇ ਦੰਗੇ ਹੋ ਜਾਂਦੇ ਆ, ਲੜਾਈਆਂ ਹੋ ਜਾਂਦੀਆਂ, ਧਾਰਮਿਕ ਇੱਕੋ ਹੀ ਹੈ। ਹਾਂ, ਧਾਰਮਿਕ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ। ਸੋ ਕੱਲ੍ਹ ਵੀ ਪਰਸੋਂ ਵੀ ਬੇਅਦਬੀ ਹੋ ਕੇ ਹਟੀ ਹੈ, ਤੁਹਾਡੇ ਅਖਬਾਰ ਨੇ ਵੀ ਛਾਪਿਆ। ਸੋ ਇਹਦੇ ਤੇ ਸਜ਼ਾ ਜਿਹੜੀ ਉਹ ਉਮਰ ਕੈਦ ਦੀ ਹੋਣੀ ਚਾਹੀਦੀ ਹੈ ਔਰ ਦੋਸ਼ੀ ਨੂੰ ਤੁਰੰਤ ਫੜ ਕੇ ਜਿਹੜਾ ਹੈਗਾ ਅੰਦਰ ਦਿੱਤਾ ਜਾਣਾ ਚਾਹੀਦਾ ਔਰ ਇਹ UAPA ਵਰਗੀਆਂ ਧਾਰਾਵਾਂ ਇਹਦੇ ਤੇ ਲੱਗਣੀਆਂ ਚਾਹੀਦੀਆਂ ਕਿ ਇਹਨਾਂ ਬੇਅਦਬੀਆਂ ਦੇ ਪਿੱਛੇ ਮਨਸ਼ੇ ਕੀ ਹੈ। ਸੋ ਇਸੇ ਤਰ੍ਹਾਂ ਬਾਈਬਲ ਗੋਲੀ ਕਾਂਡ ਦੇ ਵਿੱਚ ਜਿਹੜੀ ਮਤਲਬ ਸਿੱਟ ਬਣੀ ਸੀਗੀ ਉਹਨੇ ਤੇ ਪਲੱਸ ਜਿਹੜੀ ਕਮਿਸ਼ਨ ਬਣਿਆ ਸੀਗਾ ਜਸਟਿਸ ਰਣਜੀਤ ਸਿੰਘ, ਉਹਦੇ 'ਚ ਸਿੱਧਾ ਉਹਨਾਂ ਨੇ ਜਿਹੜਾ ਹੈਗਾ ਸਮੇਧ ਸਿੰਘ ਸੈਣੀ ਨੂੰ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਇੱਕ ਵੱਖਰਾ ਅੰਦੋਲਨ ਜਿਹੜਾ ਜਾਂ ਮੋਰਚਾ ਉਹ ਲਗਾਉਣਾ ਹੈਗਾ, 3 ਜਿਵੇਂ ਤੁਸੀਂ ਪਹਿਲਾਂ ਦੱਸਿਆ ਗਿਆ, ਜੇ ਚੌਥਾ ਇਹ ਲੱਗ ਗਿਆ, ਲੱਗਦਾ ਨਹੀਂ ਕਿ ਫਿਰ ਉਹ ਜਿਹੜੇ ਲੱਗੇ ਹੋਏ ਆ ਕਿ ਉਹਨਾਂ ਤੋਂ ਧਿਆਨ ਵੀ ਡਾਇਵਰਟ ਹੋ ਸਕਦਾ। ਤੇ ਜਿੱਥੇ ਤੁਸੀਂ ਪਹਿਲਾਂ ਜਿਹੜੇ ਤੁਹਾਡੇ ਸ਼ਬਦ ਹੈਗੇ ਆ ਕਿ ਜਿਹੜੇ ਇਹ ਸੁਨੇਹਾ ਜਾ ਰਿਹਾ ਕਿ ਸਿੱਖ ਕੌਮ ਜਿਹੜੀ ਉਹ ਪਾਰਟੀ ਹੋਈ ਆ, ਤੇ ਚੌਥਾ ਇੱਕ ਕਹਿ ਸਕਦੇ ਕਿ ਉਹ ਧਿਰ ਹੋਰ ਪਾਰਟੀ ਹੋਊਗੀ। ਇਹ ਤੁਹਾਡਾ ਸਵਾਲ ਬਹੁਤ ਅੱਛਾ ਹੈ ਕਿਉਂਕਿ ਉਹਨਾਂ ਸਾਰਿਆਂ ਮੋਰਚਿਆਂ ਦੇ ਉੱਤੇ ਜਾ ਕੇ ਸਿੰਘ ਸਾਹਿਬ ਦਾ ਜਿਹੜਾ ਪੱਤਰ ਸੀ ਲੈ ਕੇ ਗਏ ਆ ਔਰ ਉਹਨਾਂ ਨੇ ਇਕੱਠੇ ਹੋਣ ਦਾ ਜਿਹੜਾ ਹੈਗਾ ਉਹ ਵਾਅਦਾ ਕੀਤਾ। ਉਸ ਪੱਤਰ ਦੇ ਉੱਤੇ ਉਹਨਾਂ ਨੇ ਬਕਾਇਦਾ ਰਜਿਸਟਰ ਤੇ ਸਾਈਨ ਕੀਤੇ ਨੇ, ਭਾਵੇਂ ਉਹ ਸਰਾਭੇ ਦਾ ਮੋਰਚਾ ਹੈ, ਭਾਵੇਂ ਉਹ ਵੀਰ ਸੁਖਰਾਜ ਸਿੰਘ ਹੋਰਾਂ ਵੱਲੋਂ ਲਾਇਆ ਗਿਆ ਤੇ ਭਾਵੇਂ ਭਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਲਾਇਆ ਗਿਆ। ਉਹ ਤਿੰਨੇ ਮੋਰਚੇ ਜਿਹੜੇ ਹੈਗੇ ਆ ਉਹਨਾਂ ਨੇ ਲਿਖਤੀ ਰੂਪ 'ਚ ਪ੍ਰਵਾਨਗੀ ਦਿੱਤੀ ਹੈ ਕਿ ਜਦੋਂ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਕੌਮ ਸਾਂਝੀ ਲੜਾਈ ਲੜੇਗੀ ਭਾਈ ਜਥੇਦਾਰ ਹਵਾਰਾ ਹੋਰਾਂ ਦੀ ਸਲਾਹ 'ਤੇ, ਤਾਂ ਅਸੀਂ ਉਹਦੇ 'ਚ ਸ਼ਾਮਲ ਹੋਵਾਂਗੇ ਔਰ ਉਹਦੀ ਅਗਵਾਈ ਸਮੂਹਕ ਹੋਣੀ ਚਾਹੀਦੀ ਹੈ। ਉਹਦੇ ਵਿੱਚ ਇੱਕ ਮੈਂਬਰ ਸੁਖਰਾਜ ਸਿੰਘ ਵੀ ਹੋਵੇਗਾ, ਇੱਕ ਮੈਂਬਰ ਭਾਈ ਬਲਦੇਵ ਸਿੰਘ ਜੀ ਵਡਾਲਾ ਵੀ ਹੋਣਗੇ ਕਿਉਂਕਿ ਦੇਖੋ ਸਾਡੀ ਜਿਹੜੀ ਸਿੱਖ ਕੌਮ ਹੈ ਜਾਂ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਨੇ, ਮਿਸਾਲ ਦੇ ਤੌਰ 'ਤੇ ਆਪਾਂ ਸਾਰਿਆਂ ਧਰਮਾਂ ਦੀ ਲੜਾਈ ਲੜਨੀ ਹੈ ਤਾਂ ਉਹਦੇ ਵਿੱਚ ਹਿੰਦੂ ਵੀ ਮੁਸਲਮਾਨ ਵੀ ਸਾਰੇ ਜਿਹੜੇ ਹੈਗੇ ਆ ਹਿੱਸਾ ਲੈਣਗੇ ਕਿਉਂਕਿ ਸਾਡੇ ਸਮਾਜ ਨੂੰ ਤਰੱਕੀ, ਵਿਕਾਸ, ਐਜੂਕੇਸ਼ਨ, ਹੈਲਥ ਦੀ ਲੋੜ ਹੈ, ਨਾ ਕਿ ਅਸੀਂ ਮਤਲਬ ਧਰਮਾਂ ਦੇ ਨਾਂ 'ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਹਿਮਤੀ ਮਿਲ ਗਈ ਹੈ, ਪਰ ਜੋ ਸੁਖਰਾਜ ਕਿ ਉਹ ਬਾਈਬਲ ਕਲਾਂ ਦਾ ਜਿਹੜਾ ਧਰਨਾ ਤਾਂ ਉਹ ਵੀ ਉਸੇ ਤਰ੍ਹਾਂ ਚਲਾਉਣਗੇ, 365 ਸਰੂਪਾਂ ਵਾਲਾ ਹੈਗਾ ਉਹ ਵੀ ਉਸੇ ਤਰ੍ਹਾਂ ਚੱਲੂਗਾ। ਫਿਰ ਡਿਫਰੈਂਟ ਕੀ ਹੋਊਗਾ ਕਿ ਉਸ ਦੇ ਵਿੱਚ ਕੋਈ ਸਿਆਸਤ ਵੀ ਇਨਵੋਲਵ ਹੈਗੀ ਆ ਜਾਂ ਫਿਰ ਜਿਵੇਂ ਧਾਰਮਿਕ ਜਥੇਬੰਦੀਆਂ ਦੇ ਮੁਖੀ ਹੈਗੇ ਆ ਤਾਂ ਉਹਨਾਂ ਦੀ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਉਹਨਾਂ ਦੇ ਧਾਰਮਿਕ ਦਾ ਉਹ ਕੰਮ ਕਰਨਾ ਗਿਆ ਪਰ ਟੱਕਰ ਆ ਜਿਹੜੀ ਉਹ ਅੱਗੇ ਹਕੂਮਤ ਦੇ ਨਾਲ ਹੈਗੀ ਆ, ਫਿਰ ਉਹ ਕੀ ਪਲਾਨ ਲੈ ਕੇ ਚੱਲਿਓ? ਦੇਖੋ ਸਵਾਲ ਇਹ ਹੈ ਜੇ ਹਕੂਮਤ ਦੇ ਨਾਲ ਟੱਕਰ ਹੈ ਤਾਂ ਸਾਰੀ ਕੌਮ ਇਕੱਠੀ ਹੋ ਕੇ ਲੜੇਗੀ ਤੇ ਤਾਂ ਹੀ ਉਹਦਾ ਬੈਨੀਫਿਟ ਹੋਏਗਾ ਨਾ। ਤੁਸੀਂ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ, ਇਹ ਇੱਕ ਬਹੁਤ ਵਿਸ਼ੇਸ਼ ਮੁੱਦਾ ਇਹਦੇ ਨਾਲ ਹੋਏਗਾ। ਹੁਣ ਪਰਾਰੀ ਵਾਲਨ ਜਿਹੜਾ ਹੈਗਾ ਉਹਨੂੰ ਤਾਮਿਲਨਾਡੂ ਦੀ ਵਿਧਾਨ ਸਭਾ, ਕਿਉਂਕਿ ਉੱਥੋਂ ਦੇ ਲੋਕ ਉਹਨਾਂ ਲੋਕਾਂ ਨੂੰ ਪਿਆਰ ਕਰਦੇ ਸੀ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਤਲ ਕੀਤਾ, ਉਹ ਸਾਰੇ ਦੇ ਸਾਰੇ ਲੋਕ ਬਾਹਰ ਆ ਚੁੱਕੇ ਹੈ। ਤਾਂ ਫਿਰ ਜਿਹੜੇ ਬੰਦੀ ਸਿੰਘ ਬੇਅੰਤ ਸਿੰਘ ਕਤਲकांड ਦੇ ਵਿੱਚ ਅੰਦਰ ਹੈ ਉਹਨਾਂ ਲਈ ਵੱਖਰਾ ਕਾਨੂੰਨ ਕਿਉਂ? ਸੋ ਉਹਦੇ ਲਈ ਇੱਕ ਲੋਕਾਂ ਦਾ ਦਬਾਅ ਜਿਹੜਾ ਹੈ ਉਹ ਬੇਹੱਦ ਜ਼ਰੂਰੀ ਹੈ। ਜੇ ਉਹਨਾਂ ਮੋਰਚਿਆਂ ਦੇ ਆਗੂਆਂ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਉਹ ਮੋਰਚੇ ਸਮਾਪਤ ਕਰਨਗੇ, ਦੇਖੋ ਸਭ ਦੀ ਪ੍ਰਾਪਤੀ ਜਿਹੜੀ ਹੈਗੀ ਆ ਉਹ ਕੌਮ ਦੀ ਚੜ੍ਹਦੀ ਕਲਾ ਹੈ, ਸਭ ਦੀ ਪ੍ਰਾਪਤੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਇਹ ਮਸਲੇ ਹੱਲ ਹੋਣੇ ਚਾਹੀਦੇ ਆ। ਤਾਂ ਇੱਕ ਸਿੰਪਲ ਜਿਹਾ ਸਵਾਲ ਹੈ ਕਿ ਮਸਲੇ ਜਿਹੜੇ ਹੈ ਉਹ ਇਕੱਠੇ ਹੋਇਆਂ ਹੱਲ ਹੋਣਗੇ ਜਾਂ ਵੱਖ-ਵੱਖ ਹੋਇਆਂ ਹੱਲ? ਇਹਦੇ 'ਚ ਵੀ ਹੋ ਜਾਂਦਾ ਜਿਵੇਂ ਕੋਈ ਮੁੱਠੀ ਬੰਦ ਆ, ਠੀਕ ਆ, ਮਜ਼ਬੂਤੀ ਹੈਗੀ ਉਸਦੀ,
ਪਰ ਜਦੋਂ ਇਹ ਕਹਿੰਦਾ ਮੁੱਠੀ ਖੁੱਲ੍ਹਦੀ ਆ, ਕਹਿ ਸਕਦੇ ਕਿ ਕੋਈ ਧਾਰਮਿਕ ਜਥੇਬੰਦੀ ਦਾ ਮੁਖੀ ਆ ਉਹ ਅਲੱਗ ਹੋ ਗਿਆ, ਫਿਰ ਉਸ ਤੋਂ ਬਾਅਦ ਬਿਆਨਬਾਜ਼ੀ ਵੀ ਆਉਣੀ ਸ਼ੁਰੂ ਹੋ ਜਾਂਦੀ ਆ। ਪਰ ਉਸ ਤੋਂ ਬਾਅਦ ਕੋਈ ਅੰਦੋਲਨ ਆ ਜਾਂ ਮੋਰਚਾ ਜਿਹੜੀ ਉਸ ਦੀ ਇਮੇਜ ਜਾਂਦੀ ਆ, ਉਹ ਮੈਨੂੰ ਲੱਗਦਾ ਜਿਵੇਂ ਕਹਿ ਰਹੇ ਹੋ ਵੀ ਇਕੱਲਿਆ ਜਿਹੜਾ ਕੋਈ ਅੰਦੋਲਨ ਲੜਿਆ ਜਾਂਦਾ ਉਸ ਤੋਂ ਵੀ ਕਿਤੇ ਖੀਰੂ ਖੀਰੂ ਜ਼ਿਆਦਾ ਹੋ ਜਾਂਦੀ। ਦੇਖੋ ਸਵਾਲ ਇਹ ਹੈ, ਜਿਸ ਵੇਲੇ ਮਸਲੇ ਬਿਲਕੁਲ ਕਲੀਅਰ ਹੋਣਗੇ, ਮੁੱਦੇ ਬਿਲਕੁਲ ਕਲੀਅਰ ਹੋਣਗੇ ਔਰ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥ 'ਚ ਅਗਵਾਈ ਨਹੀਂ ਹੋਏਗੀ, ਅਗਵਾਈ ਤਾਲਮੇਲ ਕਮੇਟੀ ਜਿਹੜੀ ਹੈਗੀ ਆ ਉਹ ਕਰੇਗੀ ਜਾਂ ਸੰਤ ਮਹਾਂਪੁਰਖਾਂ ਦੀ ਪੰਚ ਪ੍ਰਧਾਨੀ ਕਰੇਗੀ, ਉਹਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਜਿੱਤ ਹੈ ਜਿਹੜੀ ਕਿ ਦਿੱਲੀ ਮੋਰਚੇ ਦੇ ਵਿੱਚ ਹੋਈ ਹੈ। ਦਿੱਲੀ ਮੋਰਚੇ 'ਚ ਇੱਕ ਅੱਧਾ ਆਗੂ ਹੁੰਦਾ ਤਾਂ ਸਾਰਾ ਖੇਡ ਜਿਹੜਾ ਸੀਗਾ ਉਹ ਖਿਲਰ ਜਾਣਾ ਸੀ, ਪਰ 32-33 ਜਥੇਬੰਦੀਆਂ ਹੋਣ ਕਰਕੇ ਔਰ ਪਿੱਛੇ ਸੰਗਤ ਔਰ ਲੋਕਾਂ ਦਾ, ਕਿਸਾਨਾਂ ਦਾ ਦਬਾਅ ਹੋਣ ਕਰਕੇ ਉਹ ਮੋਰਚਾ ਜਿਹੜਾ ਹੈਗਾ ਉਹ ਜਿੱਤ ਵੱਲ ਵਧਿਆ। ਔਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕਦੇ ਵੀ, ਭਾਵੇਂ ਉਹ ਨੋਟਬੰਦੀ ਦਾ ਫੈਸਲਾ ਸੀ, GST ਸੀ, ਕਦੇ ਮੁੜ ਕੇ ਪਿੱਛੇ ਨਹੀਂ ਵੇਖਿਆ ਸੀ, ਇਹ ਲਾ ਲਓ ਹੈ ਨਾ, ਪਰ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਪਿੱਛੇ ਹਟਣਾ ਪਿਆ, ਸਾਰੇ ਦੇਸ਼ ਨੇ ਦੇਖਿਆ। ਸੋ ਇਸ ਕਰਕੇ ਸਮੂਹਕ ਅਗਵਾਈ ਦੇ ਵਿੱਚ, ਨਾਲੇ ਜਿਹੜੀ ਇੱਕ ਸਿੱਖ ਪਰੰਪਰਾ ਹੈ, ਜਿਹੜੀ ਉਹ ਧਾਰਨਾ ਹੈ ਜਿਹਦੇ ਵਿੱਚ ਗੁਰਮਤਾ ਕੀਤਾ ਜਾਂਦਾ ਹੈ, ਜਦੋਂ ਇਸ ਢੰਗ ਦੇ ਨਾਲ ਲੜਾਈ ਲੜਾਂਗੇ ਤਾਂ ਸਾਫ਼ ਜੀ ਗੱਲ ਹੈ ਕਿ ਇਹਦੇ ਵਿੱਚ ਉਹ ਰੂਹਾਂ ਇਨਵੋਲਵ ਨੇ, ਉਹ ਬੰਦੀ ਸਿੰਘ ਜਿਹੜੇ ਕਿ 30-30 ਸਾਲਾਂ ਤੋਂ ਬੈਠੇ, ਮਤਲਬ ਹੁਣ ਨਾ ਕੇਵਲ ਬੰਦੀ ਸਿੰਘ ਰਹਿ ਕੇ ਉੱਥੇ ਬੰਦਗੀ ਕਰਕੇ ਸੰਤ ਬਣ ਚੁੱਕੇ ਹੈ, ਉਹਨਾਂ ਸਾਰਿਆਂ ਦੀਆਂ ਭਾਵਨਾਵਾਂ, ਉਹਨਾਂ ਸਾਰਿਆਂ ਦੀਆਂ ਰੂਹਾਂ ਇਸ ਮੋਰਚੇ ਦੇ ਨਾਲ ਜੁੜੀਆਂ। ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੀ ਬਹਾਲੀ ਔਰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਵਿੱਚ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਵੇਖਣਾ, ਅੱਜ ਹਰ ਸਿੱਖ ਹੈ ਜਿਹੜਾ ਇਹਦੇ ਤੇ 2 ਸਰਕਾਰਾਂ ਬਣ ਕੇ ਡਿੱਗ ਚੁੱਕੀਆਂ, 3 ਮੁੱਖ ਮੰਤਰੀ ਫੇਲ ਹੋ ਚੁੱਕੇ ਹੈ। ਇਹਨੂੰ ਚੁਣੌਤੀ ਦੇਣ ਵਾਸਤੇ ਅੱਜ ਸਾਰੇ ਮੁੱਦਿਆਂ ਨੂੰ ਇਕੱਠੇ ਕਰਕੇ ਔਰ ਸਾਰੇ ਮੋਰਚਿਆਂ ਨੂੰ ਇਕੱਠੇ ਕਰਕੇ ਇੱਕ ਮੋਰਚਾ ਲਾਇਆ ਜਾਏਗਾ। ਜਿੱਥੇ ਵੀ ਜਾ ਰਹੇ ਹਾਂ ਉੱਥੇ ਭਰਪੂਰ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ। 19 ਤਰੀਕ ਨੂੰ ਰੇਰੂ ਸਾਹਿਬ ਗੁਰਦੁਆਰੇ ਲੁਧਿਆਣੇ ਇੱਕ ਬਹੁਤ ਵੱਡੀ ਮੀਟਿੰਗ ਹੋ ਰਹੀ ਹੈ, ਜਿਹਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ, ਪੂਰੇ ਪੰਜਾਬ ਤੋਂ ਹੀ ਨਹੀਂ ਬਲਕਿ ਹਰਿਆਣੇ ਤੋਂ, ਰਾਜਸਥਾਨ ਤੋਂ ਅਤੇ ਯੂਪੀ ਤੋਂ ਜਿਹੜੇ ਹੈਗੇ ਆ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚਣਗੇ ਔਰ ਇਹ ਮੋਰਚਾ ਜਿਹੜਾ ਇਹ ਗੁਰਮਤ ਸਿਧਾਂਤਾਂ ਦੇ ਅਨੁਸਾਰ ਗੁਰੂ ਦੇ ਓਟ ਆਸਰੇ ਵਿੱਚ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਲੱਗੇਗਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਇਹ ਸਨ ਬਲਵਿੰਦਰ ਸਿੰਘ ਜੋ ਕਿ ਲੋਕ ਅਧਿਕਾਰ ਲਹਿਰ ਦੇ ਆਗੂ ਨੇ, ਤੇ ਉਹਨਾਂ ਦਾ ਇਹੀ ਕਹਿਣਾ ਕਿ ਜੋ ਧਾਰਮਿਕ ਜਥੇਬੰਦੀਆਂ ਦੇ ਮੁਖੀ ਨੇ, ਗੁਰੂ ਦੀ ਓਟ ਦੇ ਆਸਰੇ ਇੱਕ ਮੋਰਚਾ ਲਗਾਇਆ ਜਾਵੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਦਮ ਕੀਤਾ ਜਾਵੇਗਾ। ਕੈਮਰਾਮੈਨ ਰਿੰਕੂ ਦੇ ਨਾਲ ਮੈਂ ਜਗਵੰਤ, ਜਗਬਾਣੀ TV ਜਲੰਧਰ।